ਸਤਿ ਸ਼੍ਰੀ ਅਕਾਲ ਸਾਰੇ ਸਟੂਡੈਂਟਸ ਨੂੰ ਤੇ ਨਾਲ ਹੀ ਵੈਲਕਮ ਖਹਿਰਾ ਸਟੱਡੀ ਸੈਂਟਰ ਚੈਨਲ ਦੇ ਵਿੱਚ। ਤੇ ਬੇਟਾ ਅੱਜ ਦਾ ਆਪਾਂ ਟੌਪਿਕ ਕਰਨ ਲੱਗੇ ਹਾਂ ਇਨਡੈਫੀਨਿਟ ਇੰਟੈਗਰਲ ਦਾ। ਦੈਟ ਇਜ਼ ਵੈਰੀ ਇੰਟਰਸਟਿੰਗ ਟੌਪਿਕ, ਇੰਟੀਗ੍ਰੇਸ਼ਨ ਬਾਈ ਪਾਰਟਸ। ਡਿਫਰੈਂਸ਼ੀਏਸ਼ਨ ਦੇ ਵਿੱਚ ਜਦੋਂ ਅਸੀਂ +1 ਦੇ ਵਿੱਚ ਸਟਾਰਟ ਕੀਤਾ ਸੀ ਆਪਣਾ ਡੈਰੀਵੇਟਿਵ ਤੇ ਕੁਝ ਫੰਡਾਮੈਂਟਲ ਰੂਲਸ ਦੇ ਨਾਲ ਅਸੀਂ ਡੈਰੀਵੇਟਿਵ ਫਾਈਂਡ ਕੀਤਾ। ਉੱਥੇ ਇੱਕ ਬਹੁਤ ਫੇਮਸ ਤੇ ਤੁਹਾਡੇ ਟੀਚਰਸ ਨੇ ਕਿਹਾ ਹੋਇਆ ਕਿ ਵੈਰੀ ਇੰਪੋਰਟੈਂਟ ਇੱਕ ਰੂਲ ਹੈ, ਦੈਟ ਇਜ਼ ਪ੍ਰੋਡਕਟ ਰੂਲ, ਕਿ ਜਦੋਂ ਦੋ ਫੰਕਸ਼ਨ ਮਲਟੀਪਲਾਈ ਹੋ ਰਹੇ ਹੋਣ ਤੁਸੀਂ ਉਹਨੂੰ ਡੈਰੀਵੇਟਿਵ ਕਰ ਸਕਦੇ ਜੀ, ਠੀਕ ਹੈ, ਬਾਈ ਪ੍ਰੋਡਕਟ ਰੂਲ ਨਾਲ, ਜਾਂ ਕੋਈ u/v ਰੂਲ ਵੀ ਆਪਾਂ ਉਹਨੂੰ ਕਹਿ ਦਿੰਦੇ। ਜੇ ਡਿਫਰੈਂਸ਼ੀਏਸ਼ਨ ਦੇ ਵਿੱਚ ਕੁਝ ਇੱਦਾਂ ਦਾ ਹੋਇਆ ਤੇ ਮੰਨ ਲਓ ਜੇ ਸਾਡੇ ਕੋਲ ਇੰਟੀਗ੍ਰੇਸ਼ਨ ਦੇ ਵਿੱਚ ਵੀ ਕੋਈ ਦੋ ਫੰਕਸ਼ਨ ਮਲਟੀਪਲਾਈ ਹੁੰਦੇ ਹੋਣ ਤੇ ਉਹਨਾਂ ਦੀ ਮਲਟੀਪਲੀਕੇਸ਼ਨ ਕਿਸ ਤਰੀਕੇ ਨਾਲ ਖਤਮ ਨਹੀਂ ਹੋ ਰਹੀ ਕਿ ਜਾਂ ਉਹਨੂੰ ਸਿੰਪਲੀਫਾਈ ਨਹੀਂ ਕਰ ਪਾ ਰਹੇ, ਕੋਈ ਸਬਸਟੀਟਿਊਸ਼ਨ ਨਹੀਂ, ਕੁਛ ਨਹੀਂ, ਦੈਨ ਫਿਰ ਕੀ ਕਰਾਂਗੇ? ਬਸ ਅੱਜ ਉਹਦਾ ਹੀ ਆਪਾਂ ਸੋਲੂਸ਼ਨ ਲੱਭਣਾ ਕਿ ਜੇ ਮੰਨ ਲਓ ਕਿ ਦੋ ਫੰਕਸ਼ਨ ਆਪਸ ਦੇ ਵਿੱਚ ਮਲਟੀਪਲਾਈ ਹੋ ਰਹੇ ਆ, ਠੀਕ ਹੈ, ਦੈਨ ਉਹਨਾਂ ਨੂੰ ਅਸੀਂ ਕਿਵੇਂ ਇੰਟੈਗਰੇਟ ਕਰਨਾ, ਤੇ ਉਹਨੂੰ ਇੰਟੈਗਰੇਟ ਕਰਾਂਗੇ ਬਾਈ ਪਾਰਟਸ ਰੂਲ ਦੇ ਨਾਲ। ਤੇ ਕੀ ਉਹ ਰੂਲ ਹੈਗਾ? ਕੁਝ ਮਿਲਦਾ ਜੁਲਦਾ ਸਾਡੇ ਮਤਲਬ ਜਿਹੜਾ ਪ੍ਰੋਡਕਟ ਰੂਲ ਡਿਫਰੈਂਸ਼ੀਏਸ਼ਨ ਦਾ ਆ ਕੁਝ ਉਹਦੇ ਨਾਲ ਹੈ, ਬਟ ਐਗਜ਼ੈਕਟ ਨਹੀਂ, ਬਿਕੋਜ਼ ਇੱਥੇ ਇੰਟੀਗ੍ਰੇਸ਼ਨ ਹੈ, ਕੁਝ ਨਾ ਕੁਝ ਤੇ ਸਾਡੇ ਕੋਲ ਡਿਫਰੈਂਸ ਹੋਏਗਾ ਹੀ। ਤੇ ਚਲੋ ਮੇਰਾ ਧੀਰੇ ਧੀਰੇ ਆਪਾਂ ਸਟਾਰਟ ਕਰਦੇ ਹਾਂ ਪ੍ਰੋਡਕਟ ਰੂਲ, ਜਿਹਨੂੰ ਆਪਾਂ ਇੰਟੀਗ੍ਰੇਸ਼ਨ ਦੇ ਵਿੱਚ ਕੀ ਕਹਾਂਗੇ, ਇੰਟੀਗ੍ਰੇਸ਼ਨ ਬਾਈ ਪਾਰਟਸ ਕਹਿ ਦਾਂਗੇ, ਠੀਕ ਹੈ। ਤੇ ਇਹਦੇ ਵਿੱਚ ਹੋਏਗਾ ਕੀ, ਦੇਖੋ ਦੋ ਮੰਨ ਲਓ ਸਾਡੇ ਕੋਲ ਕੋਈ ਫੰਕਸ਼ਨ ਨੇ, ਇੱਕ ਮੰਨ ਲਓ fx ਫੰਕਸ਼ਨ ਆ, ਇੱਕ ਮੰਨ ਲਓ gx ਫੰਕਸ਼ਨ ਆ, ਠੀਕ ਹੈ। ਦੋਨਾਂ ਦਾ ਅਸੀਂ ਇੰਟੈਗਰਲ ਫਾਈਂਡ ਕਰਨਾ। fx gx ਦੋਨੋਂ ਮਲਟੀਪਲਾਈ ਹੋ ਰਹੇ ਨੇ ਤੇ ਮਲਟੀਪਲੀਕੇਸ਼ਨ ਵੀ ਇਵੇਂ ਦੀ ਕਿ ਦੋਨਾਂ ਨੂੰ ਮਲਟੀਪਲਾਈ ਕਰਕੇ ਆਪਾਂ ਕੋਈ ਸਿੰਪਲੀਫਾਈ ਨਹੀਂ ਕਰ ਪਾ ਰਹੇ। ਜੇ ਤਾਂ ਆਪਾਂ ਕਰ ਪਾ ਰਹੇ ਫਿਰ ਤੇ ਆਪਾਂ ਨੂੰ ਲੋੜ ਹੀ ਨਹੀਂ ਰੂਲ ਦੀ ਨਾ, ਫਿਰ ਤੇ ਸਾਡੇ ਪੁਰਾਣੇ ਰੂਲ ਹੀ ਕੰਮ ਆ ਜਾਣਗੇ, ਠੀਕ ਹੈ। ਇੱਥੇ ਦੋ ਫੰਕਸ਼ਨ ਦਾ ਪ੍ਰੋਡਕਟ ਉਹਨਾਂ ਦਾ ਹੀ ਹੋਏਗਾ ਜਿਨ੍ਹਾਂ ਨੂੰ ਆਪਾਂ ਮਲਟੀਪਲਾਈ ਕਰਕੇ, ਜਾਂ ਫੋਰ ਐਗਜ਼ਾਮਪਲ ਕਿ x cos x ਲਾ ਲਓ, x cos x ਆ, ਦੈਨ x cos x ਨਾਲ ਮਲਟੀਪਲਾਈ ਨਹੀਂ, ਕੋਈ ਸਬਸਟੀਟਿਊਸ਼ਨ ਨਹੀਂ, ਕਿਉਂਕਿ cos ਐਂਗਲ ਵੀ x ਹੈ, ਬਾਹਰ ਵੀ x ਹੈ, ਕੋਈ ਸਬਸਟੀਟਿਊਸ਼ਨ ਕੀ ਅਪਲਾਈ ਕਰਾਂਗੇ ਨਾ, ਕੁਛ ਇੱਥੇ ਸਾਨੂੰ ਦਿਖਦਾ ਨਹੀਂ ਪਿਆ। ਆਪਾਂ ਕਹਿ ਸਕਦੇ ਕਿ ਹਾਂਜੀ ਦੋ ਫੰਕਸ਼ਨ ਤੇ ਮਲਟੀਪਲਾਈ ਹੋ ਰਹੀ ਆ, ਦੈਨ ਉਹਨੂੰ ਆਪਾਂ ਇਵੇਂ ਬਾਈ ਪਾਰਟਸ ਨਾਲ ਸੋਲਵ ਕਰਾਂਗੇ। ਤੇ ਦੇਖਦੇ ਹਾਂ ਕਿ ਸਾਡੇ ਕੋਲ ਰੂਲ ਨੂੰ ਦੇਖੋ, ਜਦੋਂ ਵੀ ਦੋ ਫੰਕਸ਼ਨ ਮਲਟੀਪਲਾਈ ਹੁੰਦੇ ਹੋਣ ਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਅਸੀਂ ਫਸਟ ਫੰਕਸ਼ਨ ਕਿਹਨੂੰ ਮੰਨਣਾ। ਜਿਵੇਂ ਪ੍ਰੋਡਕਟ ਰੂਲ ਚ ਆਪਾਂ ਕਹਿੰਦੇ ਨਾ, ਫਸਟ ਫੰਕਸ਼ਨ ਐਜ਼ ਇਟ ਇਜ਼ ਡਿਫਰੈਂਸ਼ੀਏਸ਼ਨ ਸੈਕਿੰਡ, ਦੈਨ ਪਲੱਸ ਸੈਕਿੰਡ ਫੰਕਸ਼ਨ ਐਜ਼ ਦੀ ਡਿਫਰੈਂਸ਼ੀਏਸ਼ਨ ਆਫ ਫਸਟ। ਉੱਥੇ ਤੇ ਕੋਈ ਪ੍ਰੋਬਲਮ ਨਹੀਂ, ਚਾਹੇ ਜਿਹਨੂੰ ਮਰਜੀ ਫਸਟ ਐਂਡ ਸੈਕਿੰਡ ਮੰਨ ਕੇ ਚੱਲ ਪੈਂਦੇ ਆ। ਇੱਥੇ ਵੀ ਅਸੀਂ ਫਸਟ ਸੈਕਿੰਡ ਫੰਕਸ਼ਨ ਮੰਨਣਾ, ਬਟ ਇੱਥੇ ਬਹੁਤ ਇੰਪੋਰਟੈਂਟ ਚੀਜ਼ ਆ ਕਿ ਫਸਟ ਫੰਕਸ਼ਨ ਕਿਹੜਾ ਲੈਣਾ ਤੇ ਸੈਕਿੰਡ ਕਿਹੜਾ ਲੈਣਾ। ਜੇ ਥੋੜੀ ਜਿਹੀ ਵੀ ਗਲਤੀ ਹੋ ਗਈ, ਸਮ ਤੁਹਾਡਾ ਇੰਨਾ ਲੈਂਥੀ ਹੋ ਜਾਏਗਾ ਕਿ ਕਈ ਵਾਰੀ ਸਮ ਖਤਮ ਹੀ ਨਹੀਂ ਹੁੰਦਾ, ਠੀਕ ਹੈ। ਤੇ ਉਹ ਵੀ ਤੁਹਾਨੂੰ ਮੈਂ ਦੱਸਾਂਗਾ ਵੀ ਕਿਸ ਰੂਲ ਦੇ ਅਕੋਰਡਿੰਗ ਆਪਾਂ ਜਿਹੜਾ ਹੈ ਉਹ ਫਸਟ ਤੇ ਸੈਕਿੰਡ ਫੰਕਸ਼ਨ ਮੰਨਣਾ। ਇੱਕ ਛੋਟਾ ਜਿਹਾ ਮੰਤਰ ਆ, ਆਪਾਂ ਬਸ ਉਹਨੂੰ ਯਾਦ ਕਰ ਲੈਣਾ, ਬਸ ਸਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਫਸਟ ਸੈਕਿੰਡ ਫੰਕਸ਼ਨ ਲਿਖਣ ਦੇ ਵਿੱਚ। ਚਲੋ ਮੰਨ ਲੈਂਦੇ ਸਾਡੇ ਕੋਲ ਇੱਥੇ, ਕਿਉਂਕਿ ਇੱਥੇ ਨੂੰ ਫੰਕਸ਼ਨ ਕੋਈ ਗਿਵਨ ਹੈ ਹੀ ਨਹੀਂ, fx ਕੋਈ ਫੰਕਸ਼ਨ, gx ਮੰਨ ਲਓ ਕੋਈ ਫੰਕਸ਼ਨ ਹੈ, ਆਪਾਂ ਰੂਲ ਸਿੱਖਦੇ ਹਾਂ। ਮੰਨ ਲਓ ਮੇਰਾ fx ਹੈ, ਮੰਨ ਲਿਆ ਮੈਂ ਫਸਟ ਫੰਕਸ਼ਨ, ਤੇ gx ਮੰਨਿਆ ਮੈਂ ਸੈਕਿੰਡ ਫੰਕਸ਼ਨ, ਕਿਉਂਕਿ ਬਾਈ ਪਾਰਟਸ ਰੂਲ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਇਹੀ ਆ ਕਿ ਦੋਨਾਂ ਫੰਕਸ਼ਨਸ ਨੂੰ ਇੱਕ ਨੂੰ ਫਸਟ ਇੱਕ ਨੂੰ ਸੈਕਿੰਡ ਮੰਨੋ। ਹੁਣ ਮੇਨ ਰੂਲ ਦੇਖੀਏ ਕੀ ਆ। ਸਭ ਤੋਂ ਪਹਿਲਾਂ ਜੋ ਫਸਟ ਫੰਕਸ਼ਨ ਮੰਨਿਆ ਹੋਏਗਾ ਉਹਨੂੰ ਅਸੀਂ ਐਜ਼ ਇਟ ਇਜ਼ ਹੀ ਰਹਿਣ ਦੇਣਾ, ਨਾਲ ਹੁਣ ਡਿਫਰੈਂਸ਼ੀਏਸ਼ਨ ਤੇ ਕਰਾਂਗੇ ਨਹੀਂ ਕਿਉਂਕਿ ਇੰਟੈਗਰਲ ਹੈ। ਦੈਨ ਕੀ ਹੋਏਗਾ, ਇੰਟੈਗਰਲ ਆਫ ਸੈਕਿੰਡ ਫੰਕਸ਼ਨ, ਠੀਕ ਹੈ। ਫਸਟ ਫੰਕਸ਼ਨ ਐਜ਼ ਇਟ ਇਜ਼, ਇੰਟੈਗਰਲ ਆਫ ਸੈਕਿੰਡ ਫੰਕਸ਼ਨ, ਅੱਗੇ ਸਾਈਨ ਆਏਗਾ ਸਾਡੇ ਕੋਲ ਮਾਈਨਸ ਦਾ, ਦੈਨ ਫਿਰ ਇੰਟੈਗਰਲ। ਹੁਣ ਤੁਸੀਂ ਸੋਚੋਗੇ ਕਿ ਲੱਗਦਾ ਫਸਟ ਫੰਕਸ਼ਨ ਇੰਟੈਗਰਲ ਕਰਨ, ਨਹੀਂ, ਧਿਆਨ ਦੇਖੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਜੋ ਆਪਾਂ ਕਰਨ ਲੱਗੇ। ਜਿਹੜਾ ਫੰਕਸ਼ਨ ਨੂੰ ਆਪਾਂ ਐਜ਼ ਇਜ਼ ਲੈਂਦਾ ਸੀ ਉਹਨੂੰ ਇੱਥੇ ਅਸੀਂ ਕਰਾਂਗੇ ਡਿਫਰੈਂਸ਼ੀਏਟ। ਇਸ ਇੰਟੈਗਰਲ ਦੇ ਅੰਦਰ ਕੀ ਹੋਏਗਾ, ਉਹ ਫੰਕਸ਼ਨ ਡਿਫਰੈਂਸ਼ੀਏਟ ਹੋਏਗਾ ਤੇ ਨਾਲ ਮਲਟੀਪਲਾਈ ਕਰਕੇ ਜਿਹੜਾ ਸੈਕਿੰਡ ਫੰਕਸ਼ਨ ਆ ਉਹਨੂੰ ਆਪਾਂ ਫੇਰ ਇੱਥੇ ਇੰਟੈਗਰਲ ਕਰਾਂਗੇ ਉਹਦਾ ਫਾਈਂਡ, ਠੀਕ ਹੈ। ਇਹਨੂੰ ਬ੍ਰੈਕਟ 'ਚ ਪਾ ਲਓ, ਇੱਥੇ ਬੇਟਾ ਆਏਗਾ ਫਿਰ ਜੋ ਸਾਰਾ ਇੱਥੇ ਕੁਝ ਮਲਟੀਪਲਾਈ ਕਰਕੇ ਆਏਗਾ, ਫਿਰ ਅਸੀਂ ਉਹਦਾ ਆ ਬਾਹਰ ਕੀ ਆ ਹੋਲ ਇੰਟੈਗਰਲ ਉਹਦਾ ਆਪਾਂ ਸੋਲਵ ਕਰਾਂਗੇ, ਠੀਕ। ਇੱਕ ਵਾਰ ਫਿਰ ਦੇਖ ਲਓ,
सब तो पहला ਜਿਹੜੇ ਵੀ ਦੋ ਫੰਕਸ਼ਨ ਅਸੀਂ ਲਏ ਹੋਣਗੇ ਉਹਦੇ ਚੋਂ ਜਿਹੜਾ ਫਸਟ ਫੰਕਸ਼ਨ ਸਾਡੇ ਕੋਲ ਆ ਉਹਨੂੰ ਅਸੀਂ ਐਸ ਇਟ ਇਜ਼ ਰਹਿਣ ਦੇਵਾਂਗੇ ਤੇ ਇੰਟੈਗਰਲ ਕਰਾਂਗੇ ਸੈਕਿੰਡ ਫੰਕਸ਼ਨ ਦਾ, ਫਿਰ ਮਾਈਨਸ ਇੱਕ ਅਸੀਂ ਇੱਥੇ ਹੋਲ ਇੰਟੈਗਰਲ ਆ ਇੰਟੈਗਰਲ ਨਾ ਹੋਲ ਇੰਟੈਗਰਲ ਦੈਨ ਜਿਹੜਾ ਫੰਕਸ਼ਨ ਐਸ ਇਟ ਇਜ਼ ਰੱਖਿਆ ਉਹਦੀ ਅਸੀਂ ਕਰਾਂਗੇ ਇੱਥੇ ਡਿਫਰੈਂਸ਼ੀਏਸ਼ਨ ਤੇ ਨਾਲ ਮਲਟੀਪਲਾਈ ਜਿਹੜਾ ਫੰਕਸ਼ਨ ਸੈਕਿੰਡ ਆ ਉਹਦਾ ਫਿਰ ਇੱਥੇ ਇੰਟੈਗਰਲ ਕਰਾਂਗੇ ਤੇ ਜੋ ਇਹਦੀ ਡਿਫਰੈਂਸ਼ੀਏਸ਼ਨ fx ਦੀ ਤੇ ਜੋ ਆ gx ਹੈ ਇਹਦਾ ਇੰਟੈਗਰਲ ਫਾਈਂਡ ਕਰਕੇ ਆਏਗਾ ਉਹਨਾਂ ਦੋਨਾਂ ਨੂੰ ਆਪਸ ਚ ਕਰਾਂਗੇ ਮਲਟੀਪਲਾਈ ਤੇ ਮਲਟੀਪਲਾਈ ਕਰਕੇ ਜੋ ਸਾਡੇ ਕੋਲ ਚੀਜ਼ ਆਈ ਉਹਦਾ ਦੁਬਾਰਾ ਫਿਰ ਕਰਾਂਗੇ ਹੋਲ ਆਪਾਂ ਇੰਟੈਗਰਲ ਫਾਈਂਡ ਕਰਾਂਗੇ। ठीक है, तो इस तरीके नाल इस रूल के अकॉर्डिंग ਅਸੀਂ ਕੀ ਆ ਸਿੰਪਲੀਫਾਈ ਕਰਾਂਗੇ ਆਪਣੇ ਸਮ ਨੂੰ ਬਾਈ ਪਾਰਟਸ ਦੇ ਨਾਲ। ਠੀਕ ਹੈ, ਜਦੋਂ ਕੋਈ ਵੀ ਦੋ ਫੰਕਸ਼ਨ ਆਪਸ ਦੇ ਵਿੱਚ ਮਲਟੀਪਲਾਈ ਹੋ ਰਹੇ ਹੋਣਗੇ। ਠੀਕ ਹੈ, ਇੱਕ ਥੋੜਾ ਜਿਹਾ ਮੈਂ ਇਹਨੂੰ ਦੁਬਾਰਾ ਨੀਚੇ ਲਿਖ ਦਿੰਦਾ, ਮੈਨੂੰ ਲੱਗਦਾ ਕਿ ਥੋੜਾ ਕਿੱਥੇ ਤੁਹਾਨੂੰ ਸ਼ਾਇਦ ਕਲੀਅਰ ਨਾ ਦਿਖ ਰਿਹਾ ਹੋਏ ਕਿਉਂਕਿ ਥੋੜਾ ਕਲੋਜ਼ ਜਿਹੜਾ ਲਿਖਿਆ ਗਿਆ ਹੈ। ਹੁਣ ਦੇਖੋ ਆਈ ਥਿੰਕ ਤੁਹਾਨੂੰ ਪੂਰਾ ਹੁਣ ਜਿਹੜਾ ਆ ਉਹ ਪੂਰਾ ਕਲੀਅਰ ਹੋ ਜਾਏਗਾ ਜੋ ਜੋ ਚੀਜ਼ ਲਿਖੀ ਹੋਈ ਸੀ। ठीक है, दो साढ़े को फंक्शन fx gx, fx नो फर्स्ट फंक्शन बनया, gx नो बनया सेकंड फंक्शन, देन फर्स्ट फंक्शन नो as it is इंटीग्रल ऑफ सेकंड फंक्शन माइनस होल इंटीग्रल जेडे फंक्शन नो as it is बनया fx नो फर्स्ट फंक्शन दी ਆਪਾਂ ਇੱਥੇ ਅੰਦਰ ਕਰਾਂਗੇ ਡਿਫਰੈਂਸ਼ੀਏਸ਼ਨ ਤੇ ਉਹਨੂੰ ਮਲਟੀਪਲਾਈ ਕਿਤਨਾ ਕਰਾਂਗੇ इंटीग्रेशन ऑफ gx ਦੇ ਨਾਲ, जो gx ਦਾ ਇੰਟੀਗਰਲ ਕਰਕੇ ਸਾਡੇ ਕੋਲ ਅੰਦਰ ਫਿਰ ਦੁਬਾਰਾ ਅਸੀਂ gx ਦਾ ਇੰਟੀਗਰਲ ਕਰਨਾ जो आएगा ਉਹਨਾਂ ਦੋਨਾਂ ਫੰਕਸ਼ਨ ਨੂੰ fx ਫਸਟ ਫੰਕਸ਼ਨ ਦੇ ਡਿਫਰੈਂਸ਼ੀਏਸ਼ਨ ਨੂੰ ਤੇ ਸੈਕੰਡ ਫੰਕਸ਼ਨ ਇੰਟੀਗਰਲ ਨੂੰ ਅੰਦਰ ਇੱਥੇ ਕਰਾਂਗੇ ਮਲਟੀਪਲਾਈ ਤੇ ਜੋ ਮਲਟੀਪਲਾਈ ਕਰਕੇ ਆਏਗਾ ਉਹਦਾ ਦੁਬਾਰਾ ਅਸੀਂ ਕੀ ਕਰਾਂਗੇ ਇੰਟੀਗਰਲ ਕਰਾਂਗੇ। ਠੀਕ ਹੈ, ਇਹ ਸਾਡੇ ਕੋਲ ਹੈਗਾ ਬੇਟਾ ਬਾਈ ਪਾਰਟਸ ਰੂਲ ਤੇ ਅਸੀਂ ਇਸ ਬਾਈ ਪਾਰਟਸ ਰੂਲ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਤੇ ਬਹੁਤ ਸਾਰੇ ਐਗਜ਼ਾਮਪਲਸ ਆਪਾਂ ਸੋਲਵ ਕਰਾਂਗੇ। ਠੀਕ ਹੈ, ਸਟਾਰਟ ਕਰਦੇ ਆਪਣੀ ਫਸਟ ਐਗਜ਼ਾਮਪਲ। ਮੈਂ ਨੀਚੇ ਵੀ ਕਰਵਾ ਦੇਣਾ ਕਿ ਰੂਲ ਲਿਖਿਆ ਹੋਇਆ ਇੱਥੇ ਤੁਹਾਨੂੰ ਥੋੜਾ ਕਲੀਅਰ ਹੋਏਗਾ ਜਲਦੀ। ਹੁਣੇ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਬੋਲੀ ਸੀ ਕਿ x cos x ਤੇ ਉਹੀ ਆਪਾਂ ਐਗਜ਼ਾਮਪਲ ਜਿਹੜੀ ਆ ਸੋਲਵ ਕਰਦੇ ਹਾਂ। ਠੀਕ ਹੈ, ਮੰਨ ਲਓ ਇੰਟੀਗ੍ਰੇਸ਼ਨ ਸਾਡੇ ਕੋਲ ਹੈਗੀ ਆ x cos x ਦੀ। ਠੀਕ ਹੈ, ਹੁਣ ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਨੂੰ ਦੱਸੀ ਸੀ ਕਿ ਫਸਟ ਫੰਕਸ਼ਨ ਤੇ ਸੈਕੰਡ ਫੰਕਸ਼ਨ ਜਿਹੜਾ ਆ ਉਹ ਲੈਣਾ ਬਹੁਤ ਹੀ ਕ੍ਰੂਸ਼ੀਅਲ ਆ। ਜੇ ਕਿਤੇ ਆਪਾਂ ਗਲਤ ਮੰਨ ਲਾਂਗੇ ਤੇ ਸਾਡਾ ਸਮ ਜਿਹੜਾ ਆ ਉਹ मतलब किस डायरेक्शन जाएगा सानू खुद नहीं पता लगना। ठीक, तो उस वास्ते मेरे को बहुत एक इंटरेस्टिंग मंत्र है, मैं तुहानू दसदा ते देखते उस मंत्र नू। वो साडे को बेटा हैगा बहुत बार तुसी क्लास विच मॉर्निंग टाइम ते क्लास या फिर स्कूल में जाने तो पहला देखिया होगा टाइम ते तुहाडे माइंड च आया होगा आई लेट। ठीक है, बस वही एक मंत्र साडे कोल हैगा आई लेट। आई लेट ये मंत्र इत्थे किवें काम करेगा, ठीक, ਉਹਦੇ बारे आपां लिखते हैं। पहली गल तो मंत्र बहुत ही सिंपल है, तुहानू याद हो गया कि आई लेट कि मैं देरी ते हां। हुण देखिए इस मंत्र नू आपां किवें इत्थे यूज करना। बेटा आई दा इत्थे मतलब हैगा इनवर्स फंक्शन तो, एल का मतलब हैगा इत्थे लॉग रिथमिक फंक्शन तो, ए का मतलब हैगा बेटा इत्थे अलजेब्रिक फंक्शन तो, ते टी तो आई थिंक तुम समझ ही गए होगे। टी का मतलब हैगा इत्थे साडे कोल ट्रिग्नोमेट्री ते ई फॉर एक्सपोनेंशियल। ठीक है, एदा इत्थे ये सारे मतलब है। ठीक, आई फॉर इनवर्स ट्रिग्नोमेट्री, एल फॉर लॉगरिथमिक फंक्शन, ए फॉर अलजेब्रिक, टी फॉर ट्रिग्नोमेट्रिक एंड ई फॉर एक्सपोनेंशियल। जे सानू जदों भी दो फंक्शन का प्रोडक्ट दिता होएगा ते मेनली वो दो फंक्शन किदां दे हो सकते हैं, इन्हां पंजां चों ही होणगे। इनवर्स हो सकता, लॉगरिथमिक, अलजेब्रिक, ट्रिग्नोमेट्रिक या एक्सपोनेंशियल। तो फिर असी फर्स्ट फंक्शन किनू मनना, जेडे भी वो दो फंक्शन होंगे जेड़ा इन्हां दे विचों पहला आंदा होएगा फर्स्ट फंक्शन होएगा। ठीक है, सानू कोई भी ज़्यादा दिमाग लाउण दी जरूरत ही नहीं। जेड़ा इन्हां दे विचों दो फंक्शन आ रहे हैं, जेड़ा पहले नंबर ते इत्थे आ रहा होएगा ਇਹਦੇ ਅਕॉर्डिंग जो पहले नंबर ते आ रहा है फर्स्ट फंक्शन, जो सेकंड नंबर ते आ रहा है सेकंड फंक्शन। ठीक है, हुण जिवें देखो x cos x साडे कोल आया, x अलजेब्रिक,
ਅਲਜੈਬਰਿਕ ਵਿੱਚ ਕੀ ਹੋਏਗਾ, ਸਾਰੇ ਤੁਹਾਡੇ ਕੋਲ ਲੀਨੀਅਰ ਇਕੁਏਸ਼ਨਸ ਹੋ ਗਈਆਂ, x ਹੋ ਗਿਆ, x ਸਕੁਅਰ ਹੋ ਗਈ, ਸਾਰਾ ਅਲਜੈਬਰਿਕ ਦੀ ਫਾਰਮ ਚ ਲੈ ਕੇ ਆਉਣੇ, ਠੀਕ ਹੈ। ਐਕਸਪੋਨੈਂਸ਼ੀਅਲ ਸਾਰੇ e ਵਾਲੇ ਹੋਣਗੇ। ਟ੍ਰਿਗਨੋਮੈਟਰੀ ਤੁਹਾਨੂੰ ਪਤਾ ਲੱਗੀ, ਟ੍ਰਿਗਨੋਮੈਟਰੀ ਫੰਕਸ਼ਨ ਸਾਰੇ ਹੋਣਗੇ sin cos tan ਜਿਹੜੇ ਹੋ ਸਕਦੇ, ਠੀਕ ਹੈ। ਲੌਗਰਿਥਮਿਕ ਵਿੱਚ ਲੌਗ ਵਾਲੇ ਹੋਗੇ, ਜਿਹੜੇ ਲੌਗ ਤੋਂ ਬਣ ਰਹੇ ਹੋਣਗੇ, log x ਸਕੁਅਰ, log x ਸਮਥਿੰਗ, ਤੇ i4 ਇਨਵਰਸ ਜਿਵੇਂ sin ਇਨਵਰਸ, cos ਇਨਵਰਸ, tan ਇਨਵਰਸ, ਠੀਕ। ਹੁਣ ਜਿਹੜਾ ਵੀ ਉਹਨਾਂ ਦੋਨਾਂ ਦੇ ਵਿੱਚ ਆਪਾਂ ਦੇਖਣਾ ਦੋ ਫੰਕਸ਼ਨ ਕਿਹੜੇ ਆ ਰਹੇ ਆ, ਇੱਥੇ ਦੇਖਣਾ ਆਪਾਂ ਆਈਲੈਟਸ ਦੇਖਣਾ ਵੀ ਕਿਹੜਾ ਪਹਿਲਾਂ ਆ ਰਿਹਾ, ਜਿਹੜਾ ਪਹਿਲਾਂ ਆ ਰਿਹਾ ਉਹਨੂੰ ਅਸੀਂ ਕੀ ਆ ਫਸਟ ਫੰਕਸ਼ਨ ਮੰਨ ਲਾਂਗੇ। ਇਹਦੇ ਨਾਲ ਕੀ ਹੋਏਗਾ ਕਿ ਤੁਹਾਡਾ ਸਮ ਜਿਹੜਾ ਆ ਉਹ ਬਹੁਤ ਸਹੀ ਤਰੀਕੇ ਨਾਲ ਸੋਲਵ ਹੋਏਗਾ, ਕਿਉਂਕਿ ਜੇ ਕਿਤੇ ਆਪਾਂ ਗਲਤ ਮੰਨ ਲਿਆ ਤੇ ਸਾਨੂੰ ਬਸ ਸੋਲਵ ਹੀ ਨਹੀਂ ਅੱਗੇ ਹੋਣਾ। ਕੀ ਪ੍ਰੋਬਲਮ ਆਏਗੀ ਉਹ ਵੀ ਤੁਹਾਨੂੰ ਸਮਝਾਵਾਂਗਾ ਇਸ ਸਮ ਨੂੰ ਲੈ ਕੇ, ਠੀਕ ਹੈ। ਹੁਣ ਸਟਾਰਟ ਕਰਦੇ ਹਾਂ। x cos x, ਸਾਡੇ ਕੋਲ ਦੋ ਫੰਕਸ਼ਨ ਨੇ, ਮੈਂ x ਵਾਲਾ ਦੇਖਦਾ, ਇਹ ਫੰਕਸ਼ਨ ਹੈਗਾ ਅਲਜੈਬਰਿਕ, ਜੇ ਮੈਂ cos x ਵਾਲਾ ਇਹ ਫੰਕਸ਼ਨ ਹੈਗਾ ਟ੍ਰਿਗਨੋਮੈਟ੍ਰਿਕ, ਠੀਕ ਹੈ। ਦੈਨ ਮੈਂ ਆਪਣਾ ਮੰਤਰਾ ਦੇਖਦਾ ਕਿ ਇਸ ਮੰਤਰਾ ਦੇ ਵਿੱਚ ਕਿਹੜਾ ਫੰਕਸ਼ਨ ਪਹਿਲਾਂ ਆ ਰਿਹਾ, ਅਲਜੈਬਰਿਕ, ਟ੍ਰਿਗਨੋਮੈਟ੍ਰਿਕ। ਅਲਜੈਬਰਿਕ ਦੇਖੋ ਇਨਵਰਸ ਨਹੀਂ ਹੈਗਾ, ਲੌਗ ਨਹੀਂ ਹੈਗਾ, ਹਾਂ ਅਲਜੈਬਰਿਕ ਪਹਿਲਾਂ ਆ ਰਿਹਾ, ਇਟ ਮੀਨਸ ਮੈਂ x ਨੂੰ ਕੀ ਮੰਨਾਂਗਾ, ਫਸਟ ਫੰਕਸ਼ਨ ਮੰਨਾਂਗਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੀ ਆ ਰਿਹਾ ਸਾਡੇ ਕੋਲ, ਟ੍ਰਿਗਨੋਮੈਟਰੀ ਆ ਰਿਹਾ, ਟ੍ਰਿਗਨੋਮੈਟਰੀ ਬਾਅਦ ਚ ਆ ਰਿਹਾ, ਅਲਜੈਬਰਿਕ ਪਹਿਲਾਂ, ਜਿਹੜਾ ਪਹਿਲਾਂ ਆ ਗਿਆ ਫਸਟ ਫੰਕਸ਼ਨ, ਜਿਹੜਾ ਬਾਅਦ ਚ ਆ ਗਿਆ ਮੰਨਾਂਗੇ ਆਪਾਂ ਸੈਕਿੰਡ ਫੰਕਸ਼ਨ। ਕਲੀਅਰ ਜੀ। ਅਪਲਾਈ ਕਰੀਏ ਆਪਣਾ ਹੁਣ ਇੱਥੇ ਇਸੀ ਬਾਈ ਪਾਰਟਸ ਦਾ ਰੂਲ। ਸਭ ਤੋਂ ਪਹਿਲਾਂ ਜਿਹੜਾ ਫਸਟ ਫੰਕਸ਼ਨ ਬਣਿਆ ਉਹਨੂੰ ਅਸੀਂ ਰੱਖਦੇ ਆ ਐਜ਼ ਇਟ ਇਜ਼, x ਨੂੰ ਰਹਿੰਦਾ ਸੀ ਐਜ਼ ਇਟ ਇਜ਼, ਠੀਕ ਹੈ। ਨੈਕਸਟ ਇੰਟੀਗ੍ਰੇਸ਼ਨ ਕਰਾਂਗੇ ਅਸੀਂ ਇੱਥੇ ਸੈਕਿੰਡ ਫੰਕਸ਼ਨ ਦੀ cos x dx ਦੀ ਮਾਈਨਸ ਹੋਲ ਇੰਟੀਗਰਲ, अंदर पहला सी जो चीज फाइंड करनी करते हैं उस तो बाद इंटीग्रल करेंगे सॉल्व, ठीक है। अंदर जड़ा सी फर्स्ट फंक्शन बनया ओदी करांगे जी डिफरेंशिएशन, x से करांगे डिफरेंशिएशन इनटू जड़ा सेकंड फंक्शन है ओदी दोबारा इथे की होएगी इंटीग्रेशन, सेकंड फंक्शन cos x की दोबारा इथे होएगी जी इंटीग्रेशन, ते जो इथे फंक्शन निकल के आऊगा ਉਹਦਾ ਆਪਾਂ ਫਿਰ ਦੁਬਾਰਾ ਫਾਈਂਡ ਕਰਾਂਗੇ ਇੰਟੀਗਰਲ, ਠੀਕ ਹੈ। ਤੇ ਇੱਕ ਚੀਜ਼ ਤੁਹਾਨੂੰ ਇੱਥੇ ਮੈਂ ਦੱਸ ਦਵਾਂ ਕਿ ਇੱਥੇ ਅਸੀਂ ਵੇਖਿਆ ਜਾਏ ਟੋਟਲ 3 ਵਾਰ ਇੰਟੀਗ੍ਰੇਸ਼ਨ ਕਰਨੀ ਹੈ, ਇੱਥੇ ਇਸ ਫੰਕਸ਼ਨ ਦੀ ਵੀ, ਇੱਥੇ ਵੀ, ਬਟ ਜੋ ਆਏਗਾ ਉਹਦੀ ਵੀ ਆਪਾਂ ਇੰਟੀਗ੍ਰੇਸ਼ਨ ਕਰਨੀ ਆ। ਤੇ ਹਰ ਵਾਰ ਅਸੀਂ ਕਾਂਸਟੈਂਟ ਪਲੱਸ ਨਹੀਂ ਕਰਨਾ, ਪੂਰੀ ਇੰਟੀਗ੍ਰੇਸ਼ਨ ਸੋਲਵ ਹੋਣ ਤੋਂ ਬਾਅਦ ਆਪਾਂ ਲਾਸਟ ਸਿਰਫ ਇੱਕ ਕਾਂਸਟੈਂਟ ਪਲੱਸ ਕਰਨਾ ਹੈ, ਠੀਕ ਹੈ। ਕਿਉਂਕਿ ਪ੍ਰੋਬਲਮ ਹੋ ਜਾਂਦੀ ਕਰਦੇ ਵੀ ਆ ਤੇ ਇੱਕ अलग चीज साडे को निकल के आउंदी, जेड़ा कोई सानू मतलब कोई भी कह सकते कि किसी भी तरीके नाल कंसेप्चुअल चीज साडे सामने नहीं आउंदी, ठीक है। ते मेन बस याद रखना कि तुसीं इत्थे जदों भी इंटीग्रेशन करनी है वो इंटीग्रेशन करके लास्ट जाके कांस्टेंट एक ही प्लस करना, ये नहीं सोचना कि इत्थे इंटीग्रेशन कीती है प्लस सी पा दो, इत्थे कीत करांगे ते प्लस सी नाल नहीं, हर बार प्लस सी आपां नहीं पाउणा, सिर्फ पूरी इंटीग्रेशन करके ही आपां जेड़ा लास्ट है कांस्टेंट आ प्लस सी पावांगे, ठीक है। ਇਹਦਾ ਕਾਰਨ ਛੋਟਾ ਜਿਹਾ ਪਤਾ ਕੀ ਆ, ਕਿਉਂਕਿ ਅਸੀਂ ਤੇ x cos x ਦੇ ਬਾਰੇ ਦੇਖਦੇ ਪਏ ਆ ਕਿ ਇਸ ਫੰਕਸ਼ਨ ਜਿਹੜਾ ਇਹ ਫੰਕਸ਼ਨ ਆ ਉਹ ਕਿੰਨੂੰ ਡਿਫਰੈਂਸ਼ੀਏਟ ਕਰਕੇ ਆਇਆ, ਤੇ ਇਹਦੇ ਨਾਲ ਹੋ ਸਕਦਾ ਕੋਈ ਪਲੱਸ c ਹੋਏ। ਜੇ ਆਪਾਂ ਕੱਲੇ ਕੱਲੇ ਨਾਲ c ਕਰਨ ਲੱਪਾਂਗੇ ਪਲੱਸ, ਫਿਰ ਪ੍ਰੋਬਲਮ ਪਤਾ ਕੀ ਹੋਏਗੀ, ਦੇਖੋ ਇੱਥੇ ਆਪਾਂ ਕਾਂਸਟੈਂਟ c ਇੱਕ ਪਲੱਸ ਕਰ ਦਾਂਗੇ, ਫਿਰ ਉਹਦੀ ਇੰਟੀਗ੍ਰੇਸ਼ਨ ਜਿਹੜੀ ਆਊਗੀ ਤੇ ਫਿਰ ਨਾਲ ਉਹ c ਦੀ ਵੀ ਇੰਟੀਗ੍ਰੇਸ਼ਨ ਜਿਹੜੀ ਕਰਨੀ ਪਏਗੀ, ਤਾਂ ਕਰਕੇ ਆਪਾਂ ਇੱਥੇ ਨਹੀਂ ਕਰਨਾ, ਠੀਕ ਹੈ। ਗੱਲ ਦਾ ਧਿਆਨ ਰੱਖਣਾ, क्योंकि जी ਤੁਹਾਡੇ ਮਾਈਂਡ ਚ ਆ ਸਕਦਾ ਵੀ ਆਪਾਂ ਇੱਥੇ c ਨਹੀਂ ਪਲੱਸ ਕਰਨਾ, ਤਾਂ ਮੈਂ ਤੁਹਾਨੂੰ ਦੱਸਿਆ ਕਿ c ਇੱਥੇ ਪਲੱਸ ਨਹੀਂ ਕਰਨਾ, ਠੀਕ ਹੈ। ਚਲੋ ਹੁਣ ਤੇ ਕਰੀਏ ਆਪਾਂ ਇੰਟੀਗ੍ਰੇਸ਼ਨ ਦੀ ਇੱਥੇ x cos x, cos x ਦੀ ਇੰਟੀਗ੍ਰੇਸ਼ਨ ਸਾਡੇ ਕੋਲ ਕੀ ਹੁੰਦੀ ਹੈ ਜੀ sin x, ਠੀਕ ਹੈ ਜੀ, ਮਾਈਨਸ ਹੋਲ ਇੰਟੀਗਰਲ x ਦੀ ਡਿਫਰੈਂਸ਼ੀਏਸ਼ਨ ਸਾਡੇ ਕੋਲ ਕੀ ਆ ਜਾਏਗੀ ਜੀ, ਸਭ ਨੂੰ ਪਤਾ ਹੋਣਾ 1, ਠੀਕ ਹੈ ਜੀ, ਇਨਟੂ cos x ਕੀ ਆ ਗਿਆ ਜੀ ਉੱਤੇ cos x की इंटीग्रेशन क्या गया देखो sin x dx, ठीक है। बाहर लिखो ना लिखो तो प्रॉब्लम नहीं, चलो जी। हुन फिर x sin x माइनस sin x से देखो की इंटीग्रेशन जी माइनस cos x, तो माइनस माइनस की हो जाएगा देखो जी प्लस cos x प्लस c आ गया जी। लो जी देखो x cos x से क्या आ गया जी इंटीग्रेशन आ गई, ठीक है। तो वैसे देखने च लग गया ना कि थोड़ा मेथड काफी लेंथी या टिपिकल, बट नहीं बहुत ही इक्विवेलेंट मेथड, बस याद हो गया ना कि किवें करना। फर्स्ट फंक्शन एज टी, सेकंड द इंटीग्रल माइनस होल इंटीग्रल, फर्स्ट दी डिफरेंशिएशन इनटू सेकंड द इंटीग्रल, बस ये चीज याद होगी तो बहुत ही मजा आऊगा तुहानू ये सम सॉल्व करके, ठीक है। हुण मैं तुहानू कहा सी कि
फस्ट फंक्शन तो सैकेंड फंक्शन बनना बड़ा क्रूशियल है। जो आप थोड़ा चेंज कर दें तो कई बार साडी मुश्किल जिहड़ियां ने आ जांदियां सम सॉल्व कर लग्या। तो यही चीज़ तुहानूं इत्थे शो करके दसदा कि जे सपोज असी फस्ट फंक्शन cos x नूं मान लैंदे आ, सैकेंड फंक्शन ਆਪਾਂ x ਨੂੰ ਮੰਨ ਲੈਨੇ ਆ, ਸਾਨੂੰ ਇੱਥੇ ਕਿਵੇਂ ਦੀ ਪ੍ਰੋਬਲਮ ਆਏਗੀ। ਠੀਕ ਹੈ, ਤੁਸੀਂ ਨੋਟ ਡਾਊਨ ਕਰ ਲਓ, ਪੌਜ਼ ਕਰਕੇ ਨੋਟ ਡਾਊਨ ਕਰ ਲਓ, ਮੈਂ ਨੈਕਸਟ ਇਥੇ ਰੱਖ ਕਰਕੇ ਤੁਹਾਨੂੰ ਜਿਹੜਾ ਦੱਸਣ ਲੱਗਾ ਹੈ। ਠੀਕ, ਹੁਣ ਮੰਨ ਲਓ ਅਸੀਂ ਇੱਥੇ ਫਸਟ ਫੰਕਸ਼ਨ ਜਿਹੜਾ ਆ ਉਹ ਮੰਨ ਲੈਨੇ ਆ cos x ਨੂੰ, फस्ट फंक्शन cos x मान लें, तो सैकेंड फंक्शन मान लेने हैं आप x में। पहला फर्स्ट फंक्शन एज टीज, लो जी एज टीज कर लेने जी, इंटेग्रल ऑफ सैकेंड फंक्शन माइनस होल इंटेग्रल डिफरेंशिएशन ऑफ फर्स्ट फंक्शन इनटू इंटेग्रल ऑफ सेकंड फंक्शन। ठीक है जी, cos x इतने क्या आ गया जी एक्स स्क्वायर बाय 2 आ गया इंटीग्रल माइनस cos x के अल्टरनेट डिफरेंशिएशन क्या आएगी, सॉरी हां डिफरेंशिएशन क्या होगी माइनस sin x, ते माइनस माइनस की होगा तो प्लस हो जाएगा, वही बिकॉज़ माइनस इतने मल्टीप्लाई टर्म हुई है ना, cos x की होने को माइनस sin x ते माइनस बाहर आके प्लस ही हो जाना, मल्टीप्लाई हो जाएगा। x की क्या होगा देखो जी x स्क्वायर बाय 2 आएगी gx। लो जी इतने फिर प्रॉब्लम क्रिएट होगी, हुन कहोगे केड़ी प्रॉब्लम क्रिएट होगी जी, sin x x के मल्टीप्लाई हो रहा 1/2 बाहर कट देंगे, sin x ना की मल्टीप्लाई हो रहा इत्थे हुन x स्क्वायर, इनू किद्दां करांगे, ये भी दो फंक्शन आ गए प्रोडक्ट विच, फिर इत्थे दोबारा बाय पार्ट्स अप्लाई करांगे। चलो मान लो करनी भी पै जा सकती है, कई सम्स होणगे जिथे आपां सॉल्व करांगे बाय पार्ट्स नाल, होल इंटीग्रल च फिर अगे बाय पार्ट्स लगेगी, बट तुहानूं दिखेगा कि सम साडा अगे हुन सॉल्व हो रहा है, फिर इत्थे मैं बाय पार्ट्स अप्लाई करना, फिर मेरे को किते गलती नाल फंक्शन जिहड़ा आ वो गलत मान लिया गया, तो आ x स्क्वायर दी फिर इंटीग्रल करांगे, इत्थे दी होगी बन जाएगी x³ 3, इत्थे साडे कोल बाय पार्ट्स जिहड़ा आ वो खत्म ही नहीं होना, फंक्शन चलदा ही जाना। इस करके थोड़ा कॉम्प्लीकेटेड जिहा साडे कोल सिचुएशन इत्थे आ जांदी आ, ते तां करके जिहड़ा फर्स्ट फंक्शन ते सैकेंड फंक्शन आ उस नूं सही तरीके नाल चूज करना बहुत ही इंपॉर्टेंट है, ते उस दा तरीका जिहड़ा मैं दस्सिया होया जिहड़ा बहुत ईजी वे हैगा। ठीक है, तो ये असीं हर एक फंक्शन जिहड़े उत्ते होणगे प्रोडक्ट उहनूं चूज कर सकते हैं कि फर्स्ट फंक्शन किहड़ा ते सैकेंड फंक्शन किहड़ा। जे तरीका वधिया लगा होएगा तो वीडियो नूं लाइक जरूर करियो। ठीक है, नैक्सट आपां होर सम सॉल्व कर, नैक्सट देखिए सम जी, इंटीग्रल ऑफ x इनटू e पावर x, नाल लिख लिया मंत्र नाल ही आई लेट। चलो देखिए जी साडे कोल x into e पावर x, देखिए केड़े फंक्शन आ रहे हैं, x अलजेब्रिक, e की है एक्सपोनेंशियल, पहला केड़ा आ रहा है जी अलजेब्रिक, बाद केड़ा आ रहा है एक्सपोनेंशियल। ठीक है, नेक्स्ट फर्स्ट फंक्शन साडा होएगा अलजेब्रिक, सेकंड फंक्शन होएगा साडा इथे एक्सपोनेंशियल। ते बेटा इथे 1 2 मैं तुहानू तां लगा रहा कि तुहानू पता लग जाए फर्स्ट सेकंड किन्नू मानना, वैसे कोई प्रॉब्लम नहीं, तो तुहानू पता लग गया कि सम फर्स्ट सेकंड किन्नू मानना हैगा, इथे 1 2 लिखने की कोई जरूरत नहीं है। ठीक है, तुहानू दसण वास्ते मैं इथे शो कर रहा कि ये फर्स्ट फंक्शन बनया तो मैं सेकंड फंक्शन बनया। पहला फर्स्ट फंक्शन हो गया एज इट इज इंटीग्रेशन ऑफ सेकंड फंक्शन माइनस होल इंटीग्रल डिफरेंशिएशन ऑफ फर्स्ट फंक्शन इनटू इंटीग्रेशन ऑफ सेकंड देन होल इंटीग्रल द साइन dx, दैट इज विद रिस्पेक्ट टू x कर देते हैं। चलो जी e पावर x की इंटीग्रेशन सबको पता है, e पावर x माइनस x की डिफरेंशिएट को 1 आ जाएगी, e पावर x इंटीग्रेट को आगे e पावर x ही dx, तो फिर फर्दर e पावर x पे इंटीग्रेशन क्या होगी e पावर x, तो प्लस कांस्टेंट आ गया c, दैट इज ए साडी को आगे जी इंटीग्रेशन ऑफ x इनटू e पावर x। क्लियर, चलो और सम देखते सॉल्व करके। चलो ये साडी को थोड़ा सिंपल एक थोड़ा और इंटरेस्टिंग सम सॉल्व करते हैं। मानो कलर लॉग x साडे कोल आ गया, एक मैं चीज़ तुहानू दसना ते चाहांगा, एक्चुअली प्रॉब्लम पता की हुंदी जो आपां चूजिंग करते हैं फर्स्ट सेकंड फंक्शन, असी असल च सैकेंड फर्स्ट फंक्शन जिहड़ा ना असी उहनूं लैके चलना हुंदा जिहदे विच जिहदी इंटीग्रेशन साडे को करनी टिपिकल हो जाती है, जी इंटीग्रेशन थोड़ी टिपिकल हो जाए, या कई बार साडे कोल इंटीग्रेशन हुंदी भी नहीं है, डायरैक्ट नहीं हुंदी, उन्होंने असी की मान लेंगे फर्स्ट फंक्शन। ठीक, तो इस रूल के अकॉर्डिंग भी वही
साडा वाला फर्स्ट फंक्शन आ जाता है। दस रहा वैसे तुहानूं कि क्यों इदां फर्स्ट सैकेंड फंक्शन क्यों मनना होंदा इत्थे आपां, क्योंकि मान लो जो हूँ मैं लॉग वाला सम कराउण लगा, लॉग एक्स कला हूँ लॉग एक्स की डिफरेंशिएशन है मेरे को 1/x, बट लॉग एक्स की जे मैं इतने इंटीग्रेशन करा तो मेरे को लॉग एक्स की कोई इंटैग्रल का कोई रूल ही नहीं है डायरैक्ट कि लॉग की की इंटीग्रेशन होंगी है, ठीक है, क्योंकि मैं डायरैक्ट लॉग एक्स का दस नहीं सकता कि किहड़े फंक्शन को डिफरेंशिएट करके जोड़ा आ वो लॉग एक्स मेरे को आया, ठीक है। इस करके कि साडे कोल ये रूल के अकॉर्डिंग फिर अपन चलना पैंदा कि फर्स्ट फंक्शन या सैकेंड फंक्शन किनू माना डैट इज इंपॉर्टेंट है चीज़ है, ठीक है। तो हुण इत्थे मेरे कला लॉग एक्स फंक्शन आ रहा, हुण कल्ले लॉग एक्स की तो मेरे को इंटीग्रेशन जी नहीं है, कला इनवर्स फंक्शन की भी इंटीग्रेशन मेरे को नहीं है कि साइन इनवर्स एक्स कला आ जाए। हुण मान लो जे तुहाडे कोल प्रोडक्ट छड्ड के एक सिंगल फंक्शन इदां दा आ गया जिहदी तुसीं इंटैग्रेशन का कोई रूल पढ़िया ही नहीं, दैन उसनूं असीं किस तरीके नाल सॉल्व करना है उन्होंने बाय पार्ट्स करांगे। हुण कहोगे कि सर ये कितना मजाक वाली गल होगी कि कला लॉग एक्स आ रहा तो बाय पार्ट से अप्लाई उत्थे हुंदा जिसे दो चीज़ां मल्टीप्लाई हो रही होण, दैन इत्थे बाय पार्ट्स किवें अप्लाई हो जाएगा, कोई प्रॉब्लम नहीं। जिथे कुछ नहीं हैगा उत्थे एक इनविजिबल चीज़ साडे सामने हुंदी है जिहड़ी मल्टीप्लाई हर एक नाल हो रही हुंदी आ, उहनूं की नाम दिंदे आपां 1 दा, ठीक है। इहदा मतलब इत्थे भी असीं कह सकते हैं कि लॉग एक्स नाल जे कोई नहीं हैगा तो फिर लॉग एक्स नाल जिहड़ा आ वो 1 ते है ही आ। दैन जदों भी कोई इदां दा सिंगल फंक्शन आ जाए जिहदी डायरैक्ट कोई साडे कोल इंटीग्रेशन नहीं आ, दैन नाल तुसीं 1 मल्टीप्लाई करके जिहड़ा आ उहदे बाय पार्ट्स अप्लाई कर सकते। 1 एक कांस्टेंट है दैट इज 1 क्यों कह के अलजेब्रिक फंक्शन आपां लैके चलांगे, ठीक है। 1 अलजेब्रिक लॉगरिथमिक देखो पहला किहड़ा आ रहा है लॉगरिथमिक आ रहा है, ठीक है। तो इस करके लॉगरिथम की बनांगे आपां फर्स्ट फंक्शन बनांगे, इनू मना जी फर्स्ट फंक्शन, 1 मनांगे आपां सेकंड फंक्शन। फर्स्ट फंक्शन जी एज इट इज रेस्ट पे इंटीग्रेशन आओगे देखो सेकंड फंक्शन दी माइनस होल इंटीग्रेशन, देन डिफरेंशिएशन ऑफ फर्स्ट फंक्शन इनटू इंटीग्रेशन ऑफ सेकंड फंक्शन आ गया जी dx इक्वल टू log x। 1 दी इंटीग्रेशन की साडी कोल जी किहड़े फंक्शन नु इंटीग्रेट करके 1 आया दैट इज x, सॉरी डिफरेंशिएट करके, ठीक है। किहड़े फंक्शन डिफरेंशिएट कर साडे को 1 आया दैट इज x, ता करके 1 दी इंटीग्रेशन साडी की हुंदी है x हुंदी है माइनस log दी डिफरेंशिएशन दैट इज 1/x है ना, एंगल का रेसिप्रोकल करते हैं बाद नाल एंगल की डिफरेंशिएशन साडे कोल ते 1 ही होनी x की, रूल सारे ही इत्थे अप्लाई होने हैं। ये सोचो किसी लॉग डिफरेंशिएट करते पे ना जेड़ा फंक्शन साडे को आएगा पूरा आप डिफरेंशिएशन का रूल इत्थे फॉलो करने हैं, ठीक कि इत्थे एंगल का रेसिप्रोकल नाल फिर आप एंगल की डिफरेंशिएशन भी करनी है। मान लो अगर x स्क्वायर का log x स्क्वायर देन आप उत्थे फिर x स्क्वायर नाल डिफरेंशिएशन भी करनी है, ठीक है। ध्यान रखना रूल भूलने नहीं अपने डिफरेंशिएशन दे। 1 दी इंटीग्रेशन साडे को आ गई जी x नाल आ गया जी dx, लो जी इत्थे कट हो गया x x कला 1 बच गया और ये बहुत सौखा काम हो गया जी log x x आ x में x ना मल्टीप्लाई ना कर दियो क्योंकि ax log दा एंगल है, ax अलग अलजेब्रिक फंक्शन है, इनको आगे लिख दो फिर गलती ना हो जाए, माइनस x कट हो गया साडे कोल कला 1 dx बच गया जी इत्थे x log x माइनस 1 दी साडी कोल इंटीग्रेशन आ गई जी x c, ठीक है। ये आ गया जी इंटीग्रल ऑफ log x केड़े फंक्शन नु डिफरेंशिएट करके आया होगा x log x माइनस x फंक्शन, क्लियर जी। नोट डाउन कर देखिए नेक्स्ट टाइम जी इंटीग्रेशन ऑफ x इनटू tan इनवर्स x, देन फिर करिए जी मूव आई लेट के ऊपर, सब तो पहला ही आई लेट दा सब तो पहला हमारे को लेटर की आ रहा है हमारे को i, देन i फॉर इनवर्स आ गया दैट इज फर्स्ट फंक्शन, बाकी जेड़ा भी हमारे को आ रहा है क्या सेकंड फंक्शन, फर्स्ट फंक्शन एज इट इज इंटीग्रेशन ऑफ सेकंड माइनस होल इंटीग्रेशन डिफरेंशिएशन ऑफ फर्स्ट फंक्शन इनटू इंटीग्रेशन ऑफ सेकंड देन आगे बार dx, ठीक है। dx ता बार क्योंकि आप पूरी ही फंक्शन का इंटीग्रल करना हो ता करके बार dx आंदा tan इनवर्स x की क्या स्टार्ट को आ गई x स्क्वायर बाय 2, ठीक है। नेक्स्ट आ इक्वल माइनस tan इनवर्स x दी
की होती डिफरेंशिएशन 1/1 प्लस एक्स स्क्वेयर। क्लियर जी। देन एक्स साइड पे क्या आएगी जी एक्स स्क्वेयर बाय 2 dx। दोनों मल्टीप्लाई कर दिए 1/2 बाहर लिख देंगे एक्स स्क्वेयर आ गया जी ऊपर साइड को इक्वल टू tan इनवर्स x इंटू एक्स स्क्वेयर बाय 2 माइनस 1/2 एक्स स्क्वेयर अपॉन एक्स स्क्वेयर प्लस 1 dx। ਲਓ ਜੀ ਇੱਥੇ ਤੱਕ ਤੇ ਸਾਡਾ ਠੀਕ ਸੀ, ਮੈਂ ਤੁਹਾਨੂੰ ਸਮ ਸੋਲਵ ਕਰਵਾ ਰਿਹਾ। ਦੇਖੋ ਇੱਥੇ ਸਾਡੇ ਕੋਲ ਜ਼ਰੂਰੀ ਨਹੀਂ ਕਿ ਬਾਈ ਪਾਰਟਸ ਅਪਲਾਈ ਕਰਕੇ ਸਾਡਾ ਫੰਕਸ਼ਨ ਇੱਕੋ ਵਾਰੀ ਹੀ ਬਸ ਇਹ ਰੂਲ ਅਪਲਾਈ ਕਰ ਖਤਮ ਹੋ ਸਕਦਾ। ਜਿਹੜੀ ਹੋਲ ਇੰਟੀਗ੍ਰੇਸ਼ਨ ਆ, ਇਸ ਹੋਲ ਇੰਟੀਗ੍ਰੇਸ਼ਨ ਪਾਰਟ ਜਿਹੜਾ ਵੈਰੀ ਇੰਟਰਸਟਿੰਗ ਆ। ਇੱਥੇ ਫਰਦਰ ਸਾਡੇ ਪ੍ਰੀਵੀਅਸ ਰੂਲ ਵੀ ਅਪਲਾਈ ਹੋ ਸਕਦੇ ਆ ਜਾਂ ਫਿਰ ਦੁਬਾਰਾ ਵੀ ਸਾਨੂੰ ਕਈ ਵਾਰੀ ਬਾਈ ਪਾਰਟਸ ਅਪਲਾਈ ਕਰਨਾ ਪੈ ਸਕਦਾ ਹੈ। ਠੀਕ ਹੈ, ਜੇ ਅਸੀਂ log x ਵਾਲਾ ਕੀਤਾ, ਜੇ log x ਦਾ ਸਕੁਅਰ ਆ ਜੇ ਹੋਲ, then ਉੱਥੇ ਵੀ ਦੁਬਾਰਾ ਬਾਈ ਪਾਰਟਸ ਫਿਰ ਇੱਥੇ ਅਪਲਾਈ ਕਰਨਾ ਪੈ ਸਕਦਾ ਕਿਉਂਕਿ ਫਿਰ ਇੱਥੇ log x ਬਚ ਜਾਏਗਾ। ਠੀਕ ਹੈ, ਤੁਸੀਂ ਸਮ ਟਰਾਈ ਕਰਕੇ ਦੇਖੋ, ਐਨਸੀਈਆਰਟੀ ਚ ਕੁਐਸਚਨ ਹੈਗਾ ਉਹਦੇ ਨਾਲ ਦਾ। ਇਹ ਚੀਜ਼ ਦੇਖੋ ਬਾਈ ਪਾਰਟਸ ਅਪਲਾਈ ਕਰਨ ਤੋਂ ਬਾਅਦ ਹੋਲ ਇੰਟੀਗ੍ਰੇਸ਼ਨ ਜਿਹੜਾ ਫੰਕਸ਼ਨ ਫਿਰ ਇੱਥੇ ਆ ਗਿਆ ਕਿ ਜਿੱਥੇ ਅਸੀਂ ਪ੍ਰੀਵੀਅਸ ਆਪਣੇ ਰੂਲ ਜਿਹੜੇ ਆ ਉਹ ਅਪਲਾਈ ਕਰਨਾ ਪਏਗਾ ਸਾਨੂੰ। ਇੱਥੇ ਉੱਪਰ ਹੈਗਾ x ਸਕੁਅਰ, ਨੀਚੇ ਵੀ ਕੀ ਹੈ x ਸਕੁਅਰ ਪਲਸ 1, ਦੋਨਾਂ ਦੀ ਡਿਗਰੀ ਸਾਡੇ ਕੋਲ ਕੀ ਹੈਗੀ ਆ ਸੇਮ। ਜੇ ਡਿਗਰੀ ਸੇਮ ਹੈ ਇਟ ਮੀਨਸ ਇਹ ਸਾਡੇ ਕੋਲ ਪ੍ਰੋਪਰ ਰੈਸ਼ਨਲ ਫੰਕਸ਼ਨ ਨਹੀਂ ਹੈਗਾ। ਦੈਨ ਫਿਰ ਆਪਾਂ ਕੀ ਕਰਾਂਗੇ, ਇਹਨੂੰ ਵੱਖਰਾ ਸੋਲਵ ਕਰਾਂਗੇ ਜਿਵੇਂ ਆਪਾਂ ਆਪਣੇ ਪ੍ਰੀਵੀਅਸ ਰੂਲ ਨਾਲ ਸੋਲਵ ਕਰਦੇ ਹਾਂ। ਦੇਖਦੇ ਕਰਕੇ ਇਹਨੂੰ ਤੇ ਇਸ ਇੰਟੈਗਰਲ ਨੂੰ ਅਸੀਂ i ਮੰਨ ਲੈਂਦੇ ਹਾਂ। ਠੀਕ ਹੈ, ਇੰਟੈਗਰਲ ਸੋਲਵ ਕਰਦੇ ਹੋ i ਹੈਗਾ ਇਕੁਏਸ਼ਨ 1 ਤੇ ਇਹਨੂੰ ਬੇਟਾ ਅਸੀਂ i1 ਮੰਨ ਲੈਂਦੇ ਹਾਂ। ਠੀਕ ਹੈ, ਦੈਨ ਇੰਟੈਗਰਲ i ਇਜ਼ ਇਕੁਅਲ ਟੂ x square by 2 into tan इनवर्स x minus 1/2 इस पूरे इंटीग्रल ਨੂੰ ਆਪਾਂ i1 ਸੋ। ਠੀਕ ਹੈ, ਇਕੁਏਸ਼ਨ ਆਈ ਸਾਡੇ ਕੋਲ 1, ਦੈਨ ਇਸ i1 ਦੀ ਵੈਲਿਊ ਫਾਈਂਡ ਕਰਕੇ ਮੈਂ ਦੁਬਾਰਾ ਅਸੀਂ ਤੇ ਸਬਸਟੀਟਿਊਟ ਕਰ ਦਵਾਂਗੇ। ਤੇ ਕਿਵੇਂ ਫਾਈਂਡ ਕਰਨਾ ਹੈਗਾ, ਦੇਖੋ i1 ਦਾ i1 is equal to x square upon x square plus 1। ਦੇਖੋ ਇੱਥੇ ਸਾਡੇ ਕੋਲ ਉੱਪਰ ਫੰਕਸ਼ਨ ਦੀ ਡਿਗਰੀ ਨੀਚੇ ਡਿਗਰੀ ਸੇਮ ਹੈਗੀ ਆ। ਆਪਾਂ ਪਹਿਲਾਂ ਕੀ ਕਰਾਂਗੇ, ਇਹਨੂੰ ਦੋਨਾਂ ਨੂੰ ਡਿਵਾਈਡ ਕਰ ਲਵਾਂਗੇ। ਡਿਵਾਈਡ ਕਰਨ ਤੋਂ ਬਾਅਦ ਚ ਕਿਉਂਕਿ ਡਿਗਰੀ ਸਾਡੇ ਕੋਲ ਸੇਮ ਹੋਈ ਤਾਂ ਲੌਂਗ ਡਿਵੀਜ਼ਨ ਮੈਥਡ ਆਪਾਂ ਅਪਲਾਈ ਕਰਦੇ ਹਾਂ। ਚਲੋ ਉਹ ਤੁਹਾਨੂੰ ਮੈਥਡ ਪਤਾ ਤੁਸੀਂ ਕਿਵੇਂ ਅਪਲਾਈ ਕਰਨਾ, ਤੇ ਮੈਂ ਇੱਕ ਹੋਰ ਤੁਹਾਨੂੰ ਡਿਫਰੈਂਟ ਮੈਥਡ ਵੀ ਇੱਕ ਹੋਰ ਦੱਸ ਦੇਣਾ ਇਹਨੂੰ ਸੋਲਵ ਕਰਨ ਦਾ। ਦੇਖੋ ਨੀਚੇ x ਸਕੁਅਰ ਪਲਸ 1 ਨੇ ਉੱਪਰ ਕੱਲ x ਸਕੁਅਰ ਆ ਰਿਹਾ, ਮੈਂ ਕੀ ਕਰਦਾ ਆਪਣੇ ਕੋਲੋਂ +1 ਤੇ -1 ਕਰ ਦੇਣਾ, ਕੋਈ ਪ੍ਰੋਬਲਮ ਨਹੀਂ +1 -1 ਕਰਨ ਚ। ਫਿਰ x ਸਕੁਅਰ ਪਲਸ 1 ਨੂੰ ਮੈਂ ਸੈਪਰੇਟ ਕਰ ਲਾਂਗਾ ਤੇ 1 ਨੂੰ ਸੈਪਰੇਟ ਕਰਕੇ ਲਿਖ ਦੇਣਾ ਇੱਥੇ ਮੈਂ। ਦੈਨ ਇਹਨੂੰ ਮੈਂ ਕਿਵੇਂ ਲਿਖ ਦਿੰਦਾ x ਸਕੁਅਰ ਪਲਸ 1 ਅਪਨ x ਸਕੁਅਰ ਪਲਸ 1 dx। ਇਹ ਵੱਖਰਾ ਇੰਟੈਗਰਲ ਪਾਤਾ ਮਾਈਨਸ 1 ਅਪਨ x ਸਕੁਅਰ ਪਲਸ 1, ਇਹ ਵੱਖਰਾ ਇੰਟੈਗਰਲ ਪਾਤਾ। ठीक है, ਇਹਨੂੰ ਕੱਟ ਕਰਕੇ ਮੇਰੇ ਕੋਲ ਆ ਜਾਏਗਾ 1 ਆ ਜਾਏਗਾ 1 ਮਾਈਨਸ ਇਹਦੀ ਬੜਾ ਇੰਟੀਗ੍ਰੇਸ਼ਨ ਕੀ ਹੁੰਦੀ ਆ 1 ਅਪਨ x ਸਕੁਅਰ ਪਲਸ 8 ਕੇ ਸਾਡੇ ਕੋਲ ਹੁੰਦਾ 1 ਅਪਨ 8 tan ਇਨਵਰਸ, ਇੱਕ ਮਿੰਟ ਸਾਡੇ ਕੋਲ 1 ਆ ਗਿਆ ਇੰਟੀਗ੍ਰੇਸ਼ਨ 1 dx ਤੇ ਮਾਈਨਸ ਇੱਥੇ ਸਾਡੇ ਕੋਲ ਆ ਜਾਏਗਾ ਜੀ 1 ਅਪਨ ਇਹ ਤੇ 1 ਹੀ ਹੈਗਾ, ਕੋਈ ਪ੍ਰੋਬਲਮ ਨਹੀਂ। tan ਇਨਵਰਸ x ਅਪਨ ਸਾਡੇ ਕੋਲ 1 ਹੀ ਹੈ। then ਇਹਦੀ ਅਸੀਂ ਇੰਟੀਗ੍ਰੇਸ਼ਨ ਕਰ ਦੇंगे 1 ਦੀ ਤੇ 1 ਦੀ ਰਿਜ਼ਲਟ ਕੀ ਆਏਗੀ ਜੀ x, then implies ਇਹ ਇੰਟੈਗਰਲ ਆ ਗਿਆ ਸਾਡੇ ਕੋਲ ਜੀ x minus tan ਇਨਵਰਸ x। ਇਹਨੂੰ ਆਪਾਂ ਕਰ ਦਾਂਗੇ ਇਕੁਏਸ਼ਨ 1 ਦੇ ਵਿੱਚ ਸਬਸਟੀਟਿਊਟ, ਜੋ ਸਾਡੀ ਆ ਇਕੁਏਸ਼ਨ 1 ਹੈਗੀ ਆ, ਤੇ ਨਾਲ ਕਰ ਦਾਂਗੇ ਪਲੱਸ c ਅਸੀਂ ਕਾਂਸਟੈਂਟ ਇੱਥੇ i1 ਚ ਸੋਲਵ ਕਰਕੇ ਆਇਆ ਇਹ ਚੀਜ਼, ਇਹਨੂੰ ਪਹਿਲੇ ਸਬਸਟੀਟਿਊਟ ਕਰ ਦਾਂਗੇ। then ਸਾਡਾ ਇੰਟੈਗਰਲ ਆ ਜਾਏਗਾ ਜੀ i, ਦੇਖੋ साडा i इंटेग्रल आ जाएगा x स्क्वायर बाय 2 tan इनवर्स x माइनस 1/2 i1 साडा इंटेग्रल आया जी x माइनस tan इनवर्स x नाल प्लस पा देंगे c कांस्टेंट। ठीक है जी, इस तरीके नाल अपन सॉल्व कर सकते हैं। बाकी चलो जे तुहानू तरीका ना मतलब माइंड च आए तो लॉन्ग डिवीजन मैथड तुहानू पता ही है कि जे ऊपर ते नीचे दोनों डिग्री इक्वल होए या फिर न्यूमरेटर डिग्री जी आ वो ग्रेटर होए, दैन पहले लॉन्ग डिवीजन मैथड अप्लाई करके तो आपां कन्वर्ट करते हैं प्रॉपर रैशनल फंक्शन दे विच। फिर असीं देखते हैं कि साडा किहड़ा रूल जिहड़ा प्रीवियस अप्लाई होना, पार्शल फ्रैक्शन लगनी या अदर रूल जिहड़े आ वो अप्लाई होने। ठीक है, तो नोट बच्चे कर लो तो एक होर सम लास्ट करते हैं। देखिए नेक्स्ट क्लास सम जी इंटेग्रल फाइंड कर लिया x इंटू साइन इनवर्स x अपॉन स्क्वायर रूट 1 माइनस एक्स स्क्वायर का।
ठीक है। देखो बेटा सब तो पहला तो असीं फंक्शन च ਜਦੋਂ ਵੀ ਸਾਡੇ ਸਾਹਮਣੇ ਇੰਟੈਗ੍ਰੇਸ਼ਨ ਦਾ ਫੰਕਸ਼ਨ ਹੋਣਾ ਸਾਰੇ ਹੀ ਰੂਲ ਸਾਡੇ ਮਾਈਂਡ 'ਚ ਆਉਣੇ ਚਾਹੀਦੇ ਆ ਕਿ ਇੱਥੇ ਕੋਈ ਸਬਸਟੀਟਿਊਸ਼ਨ ਅਪਲਾਈ ਹੋ ਰਹੀ ਆ ਜਾਂ ਪਾਰਸ਼ਲ ਫ੍ਰੈਕਸ਼ਨ ਕੁਝ ਵੀ, ਠੀਕ ਹੈ। ਉਸ ਤੋਂ ਬਾਅਦ ਹੋ ਸਕਦਾ ਹੈ ਕਿ ਇੱਕ ਰੂਲ ਅਪਲਾਈ ਕਰਨ ਤੋਂ ਬਾਅਦ ਫਿਰ ਸੈਕਿੰਡ ਕੋਈ ਹੋਰ ਰੂਲ ਜਿਹੜਾ ਅਪਲਾਈ ਹੋਣਾ ਸ਼ੁਰੂ ਹੋ ਜੇ। ਹੁਣ ਇੱਥੇ ਵੀ ਇਵੇਂ ਆ, ਜੇ ਤੁਸੀਂ ਬਾਈ ਪਾਰਟਸ ਦੇਖੋ ਤੇ ਸਾਈਨ ਇਨਵਰਸ x ਬੌਂਡ ਸਕੁਅਰ ਰੂਟ 1 ਮਾਈਨਸ ਇਹ ਤੇ ਅਲਜੈਬਰਿਕ ਹੋ ਗਿਆ, ਆਹ ਇਨਵਰਸ ਟ੍ਰਿਗਨੋਮੈਟ੍ਰਿਕ ਆ ਰਿਹਾ। ਥੋੜਾ ਸਾਨੂੰ ਮਤਲਬ ਮੁਸ਼ਕਲ ਜੀ ਲੱਗਦੀ ਕਿ ਆਪਾਂ ਕਿਹਨੂੰ ਫਸਟ ਕਿਹਨੂੰ ਸੈਕਿੰਡ ਫੰਕਸ਼ਨ ਮੰਨੀਏ। ਬਟ ਇੱਕ ਚੀਜ਼ ਸਾਡੇ ਦਿਖੇਗੀ कि साइन इनवर्स x ਨੂੰ ਜੇ ਮੈਂ ਸਬਸਟੀਟਿਊਟ ਕਰਦਾ t ਤੇ ਆ ਨੀਚੇ 1 ਪਾਉਣ ਸਕੁਅਰ ਰੂਟ 1 ਮਾਈਨਸ x ਸਕੁਅਰ ਉਹਦੀ ਕੀ ਪਈ ਆ ਡਿਫਰੈਂਸ਼ੀਏਸ਼ਨ। ਦੈਨ ਜੇ ਲੱਗਦਾ ਕਿ ਇੱਥੇ ਸਬਸਟੀਟਿਊਸ਼ਨ ਅਪਲਾਈ ਹੋ ਰਹੀ ਹੈ ਦੈਨ ਗੋ ਫॉर ਇਟ, ਠੀਕ ਹੈ। ਹੁਣ ਅਸੀਂ ਇੱਥੇ ਪਹਿਲਾਂ ਇਹ ਕਰਾਂਗੇ ਕਿ ਇੱਥੇ ਅਸੀਂ ਸਬਸਟੀਟਿਊਸ਼ਨ ਪਹਿਲਾਂ ਅਪਲਾਈ ਕਰਾਂਗੇ, ਪੁੱਟ ਕਰਾਂਗੇ, ਕਿਉਂਕਿ ਕਈ ਵਾਰੀ ਕੋਈ ਰੂਲ ਅਪਲਾਈ ਕਰਨ ਲੱਗਿਆ ਜੇ ਥੋੜਾ ਕੁ ਆਪਾਂ ਧਿਆਨ ਦੇਖੀਏ ਕੋਈ ਈਜ਼ੀ ਰੂਲ ਵੀ ਜਿਹੜਾ ਹੈ ਅਪਲਾਈ ਹੋ ਜਾਂਦਾ ਜਿਹੜਾ ਸਮ ਸਾਡਾ ਜਲਦੀ ਸੋਲਵ ਹੋ ਜੇ। ਇਹੀ ਚੀਜ਼ ਸਾਈਨ ਇਨਵਰਸ x ਨੂੰ ਇਨਪੁੱਟ ਕਰਾਂਗਾ t ਤੇ ਇਹਦੀ ਇੰਟੀਗ੍ਰੇਸ਼ਨ ਆਏਗੀ 1 ਪਾਉਣ ਸਕੁਅਰ ਰੂਟ 1 ਮਾਈਨਸ x ਸਕੁਅਰ dx ਇਜ਼ ਇਕੁਅਲ ਟੂ dt, ਠੀਕ ਹੈ। ਦੇਖ ਲਓ 1 ਪਾਉਣ ਸਕੁਅਰ ਰੂਟ 1 ਮਾਈਨਸ x ਸਕੁਅਰ ਕੀ ਆ ਗਿਆ dx ਇਕੁਅਲ dt। ਦੈਨ ਕਰ ਦੋ ਸਬਸਟੀਟਿਊਟ, ਤੁਸੀਂ ਕਹੋਗੇ ਕਿ ਸਰ ਬਾਕੀ ਸਾਰਾ ਕੁਝ ਤਾਂ ਹੋ ਗਿਆ, ਇਨਪੁੱਟ ਕਰਤਾ ਤੁਸੀਂ t 1 ਪਾਉਣ ਸਕੁਅਰ ਰੂਟ 1 ਮਾਈਨਸ x ਸਕੁਅਰ ਦੀ ਆ ਗਈ ਸਾਡੇ ਕੋਲ ਡਿਫਰੈਂਸ਼ੀਏਸ਼ਨ dx ਦੀ ਆ ਗਈ dt। अरे कल x बेचारा बच गया, इन्हें हुण की करिए, कोई प्रॉब्लम नहीं। जे कोई टर्म एक सिंगल x बच भी जाता है तो दैन उहदी आपां वैल्यू फाइंड कर सकते हैं किवें, जिथे आपां सबस्टिट्यूट कीता साइन इनवर्स x इक्वल टू इस तो साइन इनवर्स x किहदे इक्वल आ t दे, इथों x इधर है तो साइन इनवर्स उधर ले जाओ, साइन इनवर्स जाके उधर साइन बन जाएगा, दैट इज x साडे कोल की लेके आ जाएगा sin t, ठीक है। ये साडी वैल्यू आ गई x दी, मतलब ਅਸੀਂ sin इनवर्स x ਦਾ t ਪੁੱਟ ਕਰ ਲਿਆ, x ਦਾ ਕੀ ਪੁੱਟ ਕਰ ਲਾਂਗੇ sin t, ਸਾਡਾ ਸਾਰਾ ਜਿਹੜਾ ਫੰਕਸ਼ਨ ਕਾਹਦੇ ਵਿੱਚ ਆ ਗਿਆ ਸਾਡੇ ਕੋਲ t ਦੇ ਵਿੱਚ ਹੀ ਆ ਜਾਏਗਾ। ਕਰੀਏ ਕਿ ਸੋਲਵ ਹੁਣ ਸਾਡਾ ਫੰਕਸ਼ਨ ਕੀ ਬਣ ਗਿਆ ਦੇਖੋ ਜੀ, ਇੰਟੀਗਰਲ i ਇਜ਼ ਇਕੁਅਲ ਟੂ x ਤੱਕ ਆ ਗਿਆ ਜੀ sin t, ਨੈਕਸਟ ਸਾਡੇ ਕੋਲ sin ਇਨਵਰਸ x ਤੱਕ ਆ ਗਿਆ ਸਾਡੇ ਕੋਲ t dt, ਇੱਥੇ ਬਾਈ ਪਾਰਟਸ ਅਪਲਾਈ ਕਰਾਂਗੇ i ਲੇਟ दैट इज ਅਲਜੈਬਰਿਕ ਪਹਿਲਾਂ ਆਏਗਾ, ਫਸਟ ਟ੍ਰਿਗਨੋਮੈਟਰੀ ਆਏਗਾ ਸਾਡੇ ਕੋਲ ਬਾਅਦ ਵਿੱਚ, ਸੈਕਿੰਡ ਫੰਕਸ਼ਨ ਅੱਗੇ ਬੇਟੇ ਤੁਹਾਨੂੰ ਪਤਾ ਹੀ ਹੈ ਕਿਵੇਂ ਅਸੀਂ ਇਹਨੂੰ इंटीग्रल बाय पार्ट्स ना फाइंड करना ऑलरेडी कर चुके हैं। x cos x का सेम होता ही t sin t का फाइंड करके इंटीग्रल जो भी थोड़ा बाय पार्ट्स इंटीग्रल सॉल्व करके आएगा, देन उत्ते फिर लास्ट से जाके आंसर च ਅਸੀਂ ਕੀ ਕਰਨਾ ਜਿੱਥੇ ਸਾਡੇ ਕੋਲ t ਆ ਰਿਹਾ ਸੀ ਉਹਦੀ ਜਗ੍ਹਾ ਤੇ फिर दोबारा ਆਪਾਂ ਸਬਸਟੀਟਿਊਟ ਕਰਾਂਗੇ sin इनवर्स x, ठीक है। ਇਸੇ ਬੱਚੇ ਬਾय ਪਾर्ट्स ਨਾਲ ਰਿਲੇਟਡ ਸਮਸ ਕਿ ਜਿਹਦੇ ਵਿੱਚ ਦੋ ਫੰਕਸ਼ਨ ਸਾਡੇ ਕੋਲ ਪ੍ਰੋਡਕਟ ਵਿੱਚ ਆ ਰਹੇ ਆ, ਦੈਨ ਉਹਨੂੰ ਅਸੀਂ ਬਾਈ ਪਾਰਟਸ ਰੂਲ ਦੇ ਨਾਲ ਸੋਲਵ ਕਰ ਸਕਦੇ ਹਾਂ, ਜੋ ਬਹੁਤ ਇੰਟਰਸਟਿੰਗ ਲੱਗਾ ਹੋਏਗਾ ਤੁਹਾਨੂੰ ਸਭ ਨੂੰ। ਤੇ ਬਾਈ ਪਾਰਟਸ ਜਿਹੜੀ ਸਾਡੀ ਐਕਸਰਸਾਈਜ਼ ਹੈ 7.6 ਇਹਨੂੰ ਦੋ ਪਾਰਟ ਵਿੱਚ ਉਹਨਾਂ ਨੇ ਡਿਵਾਈਡ ਕੀਤਾ ਹੈ। ਫਸਟ ਜਿਹੜੇ ਕੋਈ ਸਟਾਰਟਿੰਗ ਵਾਲੇ 15 ਦੇ ਅਰਾਊਂਡ ਸਮਸ ਨੇ ਉਹਨੂੰ ਡਾਇਰੈਕਟ ਬਾਈ ਪਾਰਟ ਸੋਲਵ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਕੋਈ ਸਮਸ ਜਿਹਨਾਂ ਵਿੱਚ ਇੱਕ ਛੋਟੀ ਪ੍ਰੋਪਰਟੀ ਲੱਗ ਰਹੀ ਹੈ ਜਿਹਨੂੰ ਮੈਂ ਨੈਕਸਟ ਲੈਕਚਰ ਵਿੱਚ ਕਵਰ ਕਰਾਂਗਾ, ਆਪਾਂ ਉਹ ਵੀ ਇੰਪੋਰਟੈਂਟ ਆ। 1 ਮਾਰਕਸ ਵਿੱਚ ਡਾਇਰੈਕਟ ਪ੍ਰੋਪਰਟੀ ਜਿਹੜੀ ਆ ਉਹ ਸਾਨੂੰ CBSE ਵਿੱਚ ਜਾਂ ਪੰਜਾਬ ਬੋਰਡ ਵਿੱਚ ਆ ਜਾਂਦੀ ਤੇ ਆਪਾਂ ਉਹਨੂੰ ਮਿਕਸ ਨਹੀਂ ਕਰਾਂਗੇ ਇਸ ਲੈਕਚਰ 'ਚ, ਆਪਾਂ ਵੱਖਰੇ ਤਰੀਕੇ ਨਾਲ ਉਹਨੂੰ ਵੱਖਰੇ ਲੈਕਚਰ ਵਿੱਚ ਜਿਹੜਾ ਆ ਉਹ ਸਿੱਖਾਂਗੇ, ਠੀਕ ਹੈ। ਤੇ ਬਾਈ ਪਾਰਟਸ ਨੂੰ ਅਪਲਾਈ ਕਰਕੇ ਜਿੰਨੇ ਵੀ ਤੁਹਾਡੇ 7.6 ਦੇ ਐਕਸਰਸਾਈਜ਼ ਸਾਹਮਣੇ ਵਿਦ ਦੀ ਹੈਲਪ ਆਫ ਬਾਈ ਪਾਰਟਸ ਸੋਲਵ ਕਰਨ ਵਾਲੇ ਕਰਿਓ। ਜੋ ਸਪੈਕਟਰਮ ਬੱਚੇ ਫੋਲੋ ਕਰਦੇ ਪਏ ਨੇ ਉਹਦੇ ਤੋਂ ਵੀ ਸਮ ਜਿਹੜੇ ਨੇ ਉਹ ਸੋਲਵ ਕਰ ਬਾਈ ਪਾਰਟਸ ਵਾਲੇ, ਠੀਕ ਹੈ। ਥੈਂਕ ਯੂ। ਨੈਕਸਟ